हेलो एवरीवन, सत श्री अकाल ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7th ਕਲਾਸ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ ਚੌਥਾ ਚੈਪਟਰ ਡਿਗਨਿਟੀ ਆਫ ਲੇਬਰ, ਯਾਨੀ ਕਿ ਜੋ ਵੀ ਕੋਈ ਕੰਮ ਕਰਦਾ ਹੈ ਉਸ ਦਾ ਸਤਿਕਾਰ ਕਰਨਾ, ਕੀਰਤ ਦਾ ਮਾਣ ਕਰਨਾ। 4.1 Introduction. Dear students, the dignity of labor is a prominent virtue by which we treat all professions with equal reverence by respecting each and every profession. प्यारे विद्यार्थियों, ਕੀਰਤ ਦਾ ਮਾਣ ਇੱਕ ਪ੍ਰਮੁੱਖ ਗੁਣ ਹੈ ਜਿਸ ਦੁਆਰਾ ਅਸੀਂ ਹਰੇਕ ਕੰਮ ਦਾ ਸਤਿਕਾਰ ਕਰਦੇ ਹਾਂ, ਹਰੇਕ ਪੇਸ਼ੇ ਨੂੰ ਬਰਾਬਰ ਸਤਿਕਾਰ ਦੇ ਨਾਲ ਪੇਸ਼ ਕਰਦੇ ਹਾਂ ਲੋਕਾਂ ਅੱਗੇ, ਜਾਂ ਆਪਾਂ ਬਰਾਬਰ ਸਤਿਕਾਰ ਕਰਦੇ ਹਾਂ। ਪ੍ਰੋਫੈਸ਼ਨ ਦਾ ਮਤਲਬ ਪੇਸ਼ਾ। No work should be considered inferior or insignificant. ਤੇ ਯਾਦ ਰੱਖਿਓ, ਕਿਸੇ ਵੀ ਕੰਮ ਨੂੰ ਨੀਵਾਂ ਜਾਂ ਆਪਾਂ ਕਹਿ ਸਕਦੇ ਹਾਂ ਮਾਮੂਲੀ ਨਹੀਂ ਸਮਝਣਾ ਚਾਹੀਦਾ। We should not consider any task lower and never feel ashamed to do it. ਸਾਨੂੰ ਕਿਸੇ ਵੀ ਕੰਮ ਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਕਰਨ ਵਿੱਚ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। Even if we have to start from a small task, ਭਾਵੇਂ ਸਾਨੂੰ ਛੋਟੇ ਕੰਮ ਤੋਂ ਸ਼ੁਰੂਆਤ ਕਰਨੀ ਪਏ, with our hard work, ਆਪਣੀ ਮਿਹਨਤ, dedication, ਲਗਨ and ability ਤੇ ਆਪਣੀ ਯੋਗਤਾ, we gradually move towards the goal of success. ਇਹਨਾਂ ਸਾਰੇ ਗੁਣਾ ਕਰਕੇ ਅਸੀਂ ਹੌਲੀ-ਹੌਲੀ ਸਫਲਤਾ ਦੇ ਤੱਕ ਆਪਾਂ ਕਹਿ ਸਕਦੇ ਹਾਂ ਪਹੁੰਚ ਸਕਦੇ ਹਾਂ। ਅੱਗੇ an occupation indicates ਕੰਮ ਕੀ ਹੁੰਦਾ ਹੈ? an activity, ਇੱਕ ਗਤੀਵਿਧੀ, to earn the income, ਪੈਸੇ ਕਮਾਉਣ ਦੀ ਗਤੀਵਿਧੀ, by working hardly and honestly, ਤੇ ਉਹ ਕਿਵੇਂ ਪੈਸੇ ਕਮਾਏ ਜਾਂਦੇ ਨੇ? ਮਿਹਨਤ ਕਰਕੇ ਤੇ ਇਮਾਨਦਾਰੀ ਨਾਲ। When a person earns his living by working honestly, firmly, diligently and sincerely, then that is a true labor. ਕੋਈ ਵਿਅਕਤੀ ਇਮਾਨਦਾਰੀ ਨਾਲ, ਦ੍ਰਿੜਤਾ ਨਾਲ, ਲਗਨ ਦੇ ਨਾਲ ਤੇ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਮਨ ਲਾ ਕੇ ਜੇ ਕੋਈ ਕੰਮ ਕਰੇ ਤਾਂ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਇਨਸਾਨ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਸੱਚੀ ਕੀਰਤ ਕਰ ਰਿਹਾ ਹੈ। ਅੱਗੇ ਦਿੱਤਾ ਹੋਇਆ ਮਾਈ ਫੇਵਰੇਟ ਆਕਿਊਪੇਸ਼ਨਸ, ਮੇਰੇ ਮਨਪਸੰਦ ਜਿਹੜੇ ਆਕਿਊਪੇਸ਼ਨਸ ਨੇ ਉਹ ਕਿਹੜੇ ਕਿਹੜੇ ਨੇ? ਦੇਖੋ, ਮੇਰੇ ਹਿਸਾਬ ਨਾਲ ਮੈਨੂੰ ਵਧੀਆ ਲੱਗਦਾ ਹੈ ਟੀਚਰ ਦਾ ਆਕਿਊਪੇਸ਼ਨ ਜਾਂ ਡਾਕਟਰ ਦਾ। ਅੱਗੇ ਮਾਈ ਨੇਮ, ਤੁਸੀਂ ਆਪਣਾ ਨਾਮ ਇੱਥੇ ਲਿਖਣਾ ਹੈ ਤੇ ਇੱਥੇ ਦਿੱਤਾ ਹੋਇਆ ਮਾਈ ਫਿਊਚਰ ਗੋਲਸ, ਵੀ ਮੇਰੇ ਭਵਿੱਖ ਦੇ ਕਿਹੜੇ ਗੋਲਸ ਨੇ। ਜਿਵੇਂ ਸਭ ਤੋਂ ਪਹਿਲਾਂ ਮੈਂ ਲਿਖਿਆ ਬਿਕਮ ਐਨ ਐਕਸਪਰਟ ਇਨ ਮਾਈ ਫੀਲਡ, ਮੈਂ ਆਪਣੇ ਖੇਤਰ ਦੇ ਵਿੱਚ ਇੱਕ ਮਾਹਰ ਬਣਨਾ ਚਾਹੁੰਦਾ। ਮੇਕ ਮਾਈ ਪੈਰੈਂਟਸ ਪ੍ਰਾਊਡ, ਆਪਣੇ ਮਾਪਿਆਂ ਨੂੰ ਮਾਣ ਦੇ ਨਾਲ ਦੇਖਣਾ ਚਾਹੁੰਦਾ, ਵੀ ਉਹ ਮਾਣ ਮਹਿਸੂਸ ਕਰਨ ਮੇਰੇ ਤੇ। ਫੇਵਰੇਟ ਆਕਿਊਪੇਸ਼ਨਸ ਆਫ ਮਾਈ ਫਰੈਂਡ, ਮੇਰੇ ਦੋਸਤ ਨੂੰ ਕਿਹੜੀ ਆਕਿਊਪੇਸ਼ਨ ਪਸੰਦ ਨੇ? ਸੋਲਜਰ, ਸਿਪਾਹੀ, ਤੇ ਰੈਵਨਿਊ ਆਫਿਸਰ, ਜਿਹੜੇ ਇੱਕ ਆਫਿਸਰ ਹੁੰਦੇ ਨੇ, ਅਧਿਕਾਰੀ ਹੁੰਦੇ ਨੇ ਜਿਹੜੇ ਪੈਸੇ ਦੇ ਵਿੱਚ ਦੇਖਦੇ ਨੇ, ਅਕਾਊਂਟਸ ਦੇਖਦੇ ਨੇ ਉਹ। ਅੱਗੇ ਚੱਲਦੇ ਹਾਂ। ਡੀਅਰ ਸਟੂਡੈਂਟਸ, the sentiments of the worker associated with any professions are also linked with that. ਪਿਆਰੇ ਵਿਦਿਆਰਥੀਓ, ਕਿਸੇ ਵੀ ਪ੍ਰੋਫੈਸ਼ਨ ਨਾਲ ਜੁੜੇ ਜਿਹੜੇ ਕਰਮਚਾਰੀ ਨੇ, ਕਿਸੇ ਵੀ ਕੰਮ ਨਾਲ ਜੁੜੇ ਜਿਹੜੇ ਕਰਮਚਾਰੀ ਨੇ, ਉਹਨਾਂ ਦੀਆਂ ਭਾਵਨਾਵਾਂ ਵੀ ਉਸ ਕੰਮ ਨਾਲ ਜੁੜੀਆਂ ਹੁੰਦੀਆਂ ਨੇ। Therefore, it is very important to respect every worker and every work. ਇਸੇ ਲਈ ਹਰ ਕੰਮ ਕਰਨ ਵਾਲੇ ਦਾ ਕੰਮ ਤੇ ਉਸ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। It is important to keep the following points in mind to perform each task. ਤੇ ਹਰੇਕ ਕੰਮ ਨੂੰ ਕਰਨ ਲਈ ਹੇਠ ਲਿਖੇ ਜਿਹੜੇ ਨੁਕਤੇ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈਗਾ। ਚਲੋ ਦੇਖਦੇ ਹਾਂ ਵੀ ਕਿਹੜੇ ਕਿਹੜੇ ਨੁਕਤੇ ਇੱਥੇ ਲਿਖੇ ਹੋਏ ਨੇ। ਇੱਥੇ ਲਿਖਿਆ ਵਿਚਕਾਰ ਡਿਗਨਿਟੀ ਆਫ ਲੇਬਰ, ਯਾਨੀ ਕਿ ਜੋ ਵੀ ਕੰਮ ਕਰਦੇ ਆ ਉਹਦੀ ਇੱਜ਼ਤ ਹੋਏ, ਉਹਦੇ ਵਿੱਚ ਕੀ ਕੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇੱਕ ਇੱਕ ਵਰਡ ਦਾ ਮਤਲਬ ਮੈਂ ਤੁਹਾਨੂੰ ਦੱਸਾਂਗੀ, ਧਿਆਨ ਰੱਖਿਓ। ਸਭ ਤੋਂ ਪਹਿਲੀ ਚੀਜ਼ ਓਨੈਸਟੀ। ਓਨੈਸਟੀ ਦਾ ਮਤਲਬ ਆਪਾਂ ਕਹਿੰਦੇ ਇਮਾਨਦਾਰੀ ਨਾਲ ਕੰਮ ਕਰਨਾ। ਦੂਜਾ ਹਾਰਡ ਵਰਕ, ਯਾਨੀ ਮਿਹਨਤ ਨਾਲ ਕੰਮ ਕਰਨਾ। ਤੀਜਾ ਡੈਡੀਕੇਸ਼ਨ, ਸਮਰਪਣ ਦੇ ਕੇ, ਸਮਰਪਿਤ ਹੋ ਕੇ ਕੰਮ ਕਰਨਾ।
ਐਲੀਜੀਬਿਲਟੀ, ਉਹਦੇ ਲਈ ਤੁਹਾਡੀ ਯੋਗਤਾ ਹੈ ਤਾਂ ਹੀ ਤੁਸੀਂ ਕੰਮ ਕਰ ਰਹੇ ਹੋ। ਵਰਕ ਪਲਾਨ, ਕੰਮ ਨੂੰ ਕਰਨ ਦੀ ਇੱਕ ਯੋਜਨਾ ਹੁੰਦੀ ਹੈ ਵੀ ਐਵੇਂ ਐਵੇਂ ਕਰਕੇ ਕਰਨਾ ਹੈ। ਇਕੁਐਲਿਟੀ, ਹਰ ਕੰਮ ਜਿਹੜਾ ਆਪਾਂ ਕਰਦੇ ਆ ਉਹ ਬਰਾਬਰ ਦਾ ਹੁੰਦਾ ਹੈ ਸੋਸਾਇਟੀ ਲਈ, ਸਭ ਦੀਆਂ ਨਜ਼ਰਾਂ ਵਿੱਚ ਹਰ ਕੰਮ ਇੰਪੋਰਟੈਂਟ ਹੁੰਦਾ ਹੈ। ਅਗਲਾ ਇਨਕਰੇਜਮੈਂਟ, ਹੌਸਲਾ ਅਫਜ਼ਾਈ। ਮੈਥਡ, ਵਿਧੀ ਕਿਹੜੀ ਹੁੰਦੀ ਹੈ। ਰਿਸਪੌਂਸਿਬਿਲਿਟੀ, ਯਾਨੀ ਕਿ ਜ਼ਿੰਮੇਦਾਰੀ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਿਹੜਾ ਵੀ ਆਪਾਂ ਕੰਮ ਕਰਦੇ ਹਾਂ ਜ਼ਰੂਰੀ ਹੈ ਵੀ ਉਹ ਜ਼ਿੰਮੇਦਾਰੀ ਨਾਲ ਕੀਤਾ ਜਾਏ। ਤੇ ਅੱਗੇ ਪਰਸਿਸਟੈਂਸ, ਜਿਹਨੂੰ ਆਪਾਂ ਪੰਜਾਬੀ 'ਚ ਕਹੀਦਾ ਦ੍ਰਿੜਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਜਦ ਆਪਾਂ ਕੋਈ ਵੀ ਕੰਮ ਕਰਦੇ ਹਾਂ। ਅੱਗੇ ਚੱਲਦੇ ਹਾਂ। ਸਿਗਨੀਫਿਕੈਂਸ ਆਫ ਲੇਬਰ ਇਨ ਹਿਊਮਨ ਲਾਈਫ, ਮਨੁੱਖੀ ਜੀਵਨ ਦੇ ਵਿੱਚ ਕੋਈ ਵੀ ਕੰਮ ਦੀ ਕੀ ਮਹੱਤਵਤਾ ਹੈਗੀ ਹੈ, ਲੇਬਰ ਦੀ, ਕੰਮ ਕਰਨ ਦੀ। Dear students, all professions play their important roles for running the system of our society in a proficient and well organized manner. ਪਿਆਰੇ ਵਿਦਿਆਰਥੀਓ, ਸਾਡੇ ਸਮਾਜ ਦੀ ਪ੍ਰਣਾਲੀ ਨੂੰ ਨਿਪੁੰਨ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਰੇ ਪੇਸ਼ੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਸਾਰੇ ਪੇਸ਼ੇ ਜ਼ਰੂਰੀ ਨੇ। All occupations are directly or indirectly involved in the smooth running of our normal lives. ਸਾਰੇ ਪੇਸ਼ੇ ਸਿੱਧੇ ਜਾਂ ਆਪਾਂ ਕਹਿ ਸਕਦੇ ਹਾਂ ਇਨਡਾਇਰੈਕਟ, ਅਸਿੱਧੇ ਯਾਨੀ ਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਸਾਹਮਣੇ ਤੁਹਾਨੂੰ ਦਿਖਾਈ ਦਿੰਦਾ ਹੈ, ਜਾਂ ਘੁੰਮ ਕੇ ਆਏ ਉਹਨੂੰ ਆਪਾਂ ਕਹਿੰਦੇ ਇਨਡਾਇਰੈਕਟ ਤਰੀਕੇ ਦੇ ਨਾਲ, ਅਸਿੱਧੇ ਤੌਰ ਤੇ ਸਾਡੀ ਆਮ ਜ਼ਿੰਦਗੀ ਨੂੰ ਆਪਾਂ ਕਹਿ ਸਕਦੇ ਹਾਂ ਸੁਧਾਰਨ ਵਿੱਚ ਇੱਕ ਮਹੱਤਵਪੂਰਨ ਰੋਲ ਪਲੇ ਕਰਦੇ ਨੇ ਕਿ ਆਪਾਂ ਆਮ ਜ਼ਿੰਦਗੀ ਨੂੰ ਆਮ ਤਰੀਕੇ ਦੇ ਨਾਲ, ਨਾਰਮਲ ਤਰੀਕੇ ਦੇ ਨਾਲ ਚਲਾ ਸਕੀਏ। But there are some occupations which are directly related to the daily needs of a human beings. ਪਰ ਕੁਝ ਅਜਿਹੇ ਕੰਮ ਨੇ ਜੋ ਸਿੱਧੇ ਤੌਰ ਤੇ ਮਨੁੱਖ ਦੀਆਂ ਰੋਜ਼ਾਨਾ ਲੋੜਾਂ ਨੂੰ ਜੋੜਦੇ ਨੇ ਜਾਂ ਮਨੁੱਖ ਨੂੰ ਜੋੜਦੇ ਨੇ ਰੋਜ਼ਾਨਾ ਜਿਹੜੀ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਨਾਲ। Given below are some occupations, ਥੱਲੇ ਕੁਝ ਕੰਮ ਦਿੱਤੇ ਹੋਏ ਨੇ। You have to choose which of these are directly or indirectly related to the fulfillment of the routine requirements of our daily life. ਤੇ ਇਹਨਾਂ ਜਿਹੜੇ ਕੰਮ ਨੇ ਇਹਨਾਂ ਵਿੱਚੋਂ ਤੁਸੀਂ ਇਹ ਦੱਸਣਾ ਹੈ ਵੀ ਕਿਹੜੇ ਕੰਮ ਡਾਇਰੈਕਟਲੀ ਸਾਡੀ ਲਾਈਫ ਨਾਲ ਰਿਲੇਟਡ ਨੇ ਤੇ ਕਿਹੜੇ ਇਨਡਾਇਰੈਕਟਲੀ, ਯਾਨੀ ਆਪਾਂ ਨੂੰ ਲੋੜ ਥੋੜੀ ਜਿਹੀ ਘੱਟ ਪੈਂਦੀ ਹੈ। ਤੇ ਇੱਥੇ ਜਿਹੜੇ ਕੰਮ ਦਿੱਤੇ ਹੋਏ ਨੇ ਉਹ ਮੈਂ ਦੱਸ ਦਿੰਦੀ ਹਾਂ। ਇੱਕ ਤਾਂ ਹੋ ਗਿਆ ਟੀਚਰ, ਅਧਿਆਪਕ, ਲਾਇਰ, ਵਕੀਲ, ਪੁਲਿਸ, ਟੇਲਰ, ਦਰਜੀ, ਫਿਰ ਡਾਕਟਰ, ਮਿਲਕਮੈਨ ਦੁੱਧ ਵਾਲਾ, ਕੌਬਲਰ ਮੋਚੀ, ਡਰਾਈਵਰ ਗੱਡੀ ਚਲਾਉਣ ਵਾਲੇ, ਵੈਜੀਟੇਬਲ ਸੈਲਰ ਸਬਜ਼ੀ ਵੇਚਣ ਵਾਲਾ, ਮੇਸਨ ਮਿਸਤਰੀ, ਇਲੈਕਟ੍ਰੀਸ਼ੀਅਨ ਬਿਜਲੀ ਦਾ ਕੰਮ ਕਰਨ ਵਾਲੇ, ਲੇਬਰਰ ਮਜ਼ਦੂਰ, ਰੈਵਨਿਊ ਆਫਿਸਰ ਪਟਵਾਰੀ, ਪਲੰਬਰ ਜਿਹੜਾ ਟੂਟੀਆਂ ਠੀਕ ਕਰਦਾ ਹੈ, ਸ਼ੌਪਕੀਪਰ ਦੁਕਾਨਦਾਰ, ਪੋਸਟਮੈਨ ਜਿਹੜਾ ਡਾਕ ਲੈ ਕੇ ਆਂਦਾ ਹੈ, ਸਵੀਪਰ ਸਾਫ ਸਫਾਈ ਕਰਨ ਵਾਲਾ, ਇੰਜੀਨੀਅਰ, ਸੋਲਜਰ ਸਿਪਾਹੀ। ਤੇ ਇੱਥੇ ਮੈਂ ਆਨਸਰ ਲਿਖਿਆ ਵੀ ਕਿਹੜੇ ਪੇਸ਼ੇ ਡਾਇਰੈਕਟਲੀ ਰਿਲੇਟਡ ਨੇ ਆਪਣੀ ਆਮ ਜ਼ਿੰਦਗੀ ਨਾਲ ਤੇ ਕਿਹੜੇ ਇਨਡਾਇਰੈਕਟਲੀ ਰਿਲੇਟਡ ਨੇ, ਜਿਵੇਂ ਟੀਚਰ, ਪੁਲਿਸ, ਮਿਲਕਮੈਨ, ਵੈਜੀਟੇਬਲ, ਇਲੈਕਟ੍ਰੀਸ਼ੀਅਨ, ਸ਼ੌਪਕੀਪਰ, ਪੋਸਟਮੈਨ, ਸਵੀਪਰ। ਇਹ ਸਾਨੂੰ ਰੋਜ਼ ਚਾਹੀਦੇ ਹੁੰਦੇ ਨੇ। ਇਹ ਪੇਸ਼ੇ ਥੋੜੇ ਘੱਟ ਹੈਗੇ ਨੇ, ਮਤਲਬ ਇਨਡਾਇਰੈਕਟਲੀ ਰਿਲੇਟਡ ਹੈਗੇ ਨੇ, ਆਪਾਂ ਰੋਜ਼ ਸਾਹਮਣਾ ਨਹੀਂ ਕਰਦੇ, ਦੇਖਦੇ ਨਹੀਂ। ਜਿਵੇਂ ਸੋਲਜਰ ਹੋ ਗਏ, ਉਹ ਆਪਣਾ ਕੰਮ ਕਰ ਰਹੇ ਨੇ ਪਰ ਸਾਡਾ ਮਿਲਣਾ ਥੋੜਾ ਘੱਟ ਹੁੰਦਾ ਹੈ। ਅੱਗੇ ਚੱਲਦੇ ਹਾਂ। Dear students, some statements have been given below. ਪਿਆਰੇ ਵਿਦਿਆਰਥੀਓ, ਥੱਲੇ ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ। You have to mark whether you agree or disagree. ਤੁਸੀਂ ਇਹ ਦੱਸਣਾ ਹੈ ਵੀ ਤੁਸੀਂ ਮੰਨਦੇ ਹੋ ਠੀਕ ਹੈਗੀ ਹੈ ਇਹ ਗੱਲ ਜਾਂ ਡਿਸਅਗਰੀ ਕਰਦੇ ਹੋ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਸਟੇਟਮੈਂਟ, every occupation has its own significance, ਕਿ ਹਰ ਪੇਸ਼ੇ ਦੀ ਆਪਣੀ ਮਹੱਤਵਤਾ ਹੈਗੀ ਹੈ, ਬਿਲਕੁਲ ਮੰਨਦੇ ਹਾਂ। Second, one should not feel ashamed of doing any type of work. ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਹੋਏ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ, ਬਿਲਕੁਲ, ਕਿਉਂਕਿ ਸਾਰੇ ਕੰਮ ਜ਼ਰੂਰੀ ਨੇ। Third,
Every work and the worker doing it must be respected. हर ਕੰਮ ਤੇ ਹਰ ਕੰਮ ਕਰਨ ਵਾਲੇ ਕਰਮਚਾਰੀ ਦਾ सम्मान ਕੀਤਾ ਜਾਣਾ ਚਾਹੀਦਾ ਹੈ। ਬਿਲਕੁਲ। Fourth, we must get into the habit of doing everything ourselves. ਸਾਨੂੰ ਸਭ ਕੁਝ ਆਪਣੇ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਬਿਲਕੁਲ। No deed is good or bad, but the way to do it can be good or bad. ਕੋਈ ਵੀ ਕੰਮ ਜਾਂ ਕਰਮ ਚੰਗਾ ਜਾਂ ਮਾੜਾ ਨਹੀਂ ਹੁੰਦਾ, ਪਰ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਕਰਦੇ ਹੋ, ਨੀਅਤ ਕੀ ਹੈਗੀ ਹੈ, ਉਹ ਚੰਗੀ ਜਾਂ ਮਾੜੀ ਹੁੰਦੀ ਹੈ। ਬਿਲਕੁਲ। Every task should be done with full interest. ਹਰ ਕੰਮ ਨੂੰ ਪੂਰੀ ਦਿਲਚਸਪੀ ਨਾਲ ਕਰਨਾ ਚਾਹੀਦਾ ਹੈ। ਬਿਲਕੁਲ। No work is superior or inferior. ਕੋਈ ਵੀ ਕੰਮ ਜੋ ਮਿਹਨਤ ਦਾ ਹੈਗਾ ਨਾ ਤਾਂ ਉਹ ਵੱਡਾ ਹੁੰਦਾ ਹੈ ਨਾ ਛੋਟਾ ਹੁੰਦਾ ਹੈ। ਬਿਲਕੁਲ। ਅੱਗੇ 8th, any work should be chosen according to one's ability. ਕੋਈ ਵੀ ਨੌਕਰੀ ਆਪਣੀ ਯੋਗਤਾ ਅਨੁਸਾਰ ਹੀ ਚੁਣਨੀ ਚਾਹੀਦੀ ਹੈ। ਬਿਲਕੁਲ। 9th, work done with diligence and dedication leads to success. ਲਗਨ ਤੇ ਦਿਲ ਲਾ ਕੇ ਕੀਤਾ ਜਿਹੜਾ ਕੰਮ ਹੈ ਸਫਲਤਾ ਵੱਲ ਲੈ ਕੇ ਜਾਂਦਾ ਹੈ। ਬਿਲਕੁਲ। One should perform his her duty responsibly. ਕੋਈ ਵੀ ਹੋਏ ਵਿਅਕਤੀ ਉਸ ਨੂੰ ਆਪਣੀ ਡਿਊਟੀ ਜ਼ਿੰਮੇਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਬਿਲਕੁਲ। Now discuss why do you agree or disagree. ਹੁਣ ਇੱਥੇ ਤੁਸੀਂ ਦੱਸਣਾ ਹੈ ਵੀ ਤੁਸੀਂ ਕਿਉਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੈਗੇ ਹੋ ਜਾਂ ਜੇ ਨਹੀਂ ਸਹਿਮਤ ਤਾਂ ਕਿਉਂ ਨਹੀਂ। ਤੇ ਮੈਂ ਇੱਥੇ ਲਿਖਿਆ ਵੀ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਇਸ ਕਰਕੇ ਹਾਂ ਕਿਉਂਕਿ ਅਸੀਂ ਹੁਣੇ ਪੜ੍ਹਿਆ ਸੀ dignity of labor means having respect for all types of jobs, physical or mental, and professions without having any discrimination or prejudice of any kind. यानी कोई भी काम होए सब दी बराबर रिस्पैक्ट करनी चाहिए, बेशक वो हथ नाल करन वाला काम होए या दिमाग ला के करन वाला काम होए, ते कोई भी भेदभाव नहीं करना चाहिए किसी भी काम दे विच। अगे चलदे हां। माय फेवरेट ऑक्यूपेशन, भी मेरा मनपसंद काम केड़ा हैगा। डियर चिल्ड्रन, प्यारे विद्यार्थियों, every occupation has its own significance. हर पेशे दी अपनी महत्वता हैगी है। Whether it's manual work done physically or done with one's knowledge using intellect. किसी भी तरीके दा काम होए, बेशक वो दिमाग ला के करन वाला काम होए या फिर हथ नाल करन वाला काम होए, सब दी अपनी इंपॉर्टेंस हैगी है। Every work is related to the fulfillment of the necessities of life and providing services for the welfare of humanity. हर काम जीवन दियां लोड़ां नूं पूरा करन दे लई महत्वपूर्ण हैगा ते मनुखता दी भलाई लई जिहड़ी सेवावां दित्तियां जांदियां ने, प्रदान कीतियां जांदियां ने, उस करके भी हर काम जरूरी हैगा। Some occupations have been listed below. कुछ पेशियां दी गल कीती गई है इत्थे। You have to tell which of these are liked and disliked by you and why. ਹੁਣ ਤੁਸੀਂ ਇਹਨਾਂ ਨੂੰ ਦੇਖ ਕੇ ਦੱਸਣਾ ਹੈ ਵੀ ਤੁਹਾਨੂੰ ਇਹਨਾਂ ਵਿੱਚੋਂ ਕਿਹੜੇ ਪਸੰਦ ਨੇ ਪੇਸ਼ੇ ਤੇ ਕਿਹੜੇ ਨਾ ਪਸੰਦ ਨੇ। ਜਿਵੇਂ ਮੈਂ ਇੱਥੇ ਦੱਸ ਦਿੰਨੀ ਆ, ਇੱਥੇ ਪੇਸ਼ੇ ਲਿਖੇ ਹੋਏ ਨੇ ਟੀਚਰ, ਅਧਿਆਪਕ, ਲਾਇਰ, ਵਕੀਲ, ਪੁਲਿਸਮੈਨ, ਟੇਲਰ, ਦਰਜੀ, ਡਾਕਟਰ, ਮਿਲਕਮੈਨ ਦੁੱਧ ਵਾਲਾ, ਕੌਬਲਰ ਹੁੰਦਾ ਹੈ ਮੋਚੀ, ਡਰਾਈਵਰ, ਵੈਜੀਟੇਬਲ ਸੈਲਰ ਆਪਾਂ ਪੜ੍ਹਿਆ ਸੀ ਸਬਜ਼ੀ ਵੇਚਣ ਵਾਲਾ, ਮਕੈਨਿਕ ਚੀਜ਼ਾਂ ਨੂੰ ਠੀਕ ਕਰਨ ਵਾਲਾ, ਇਲੈਕਟ੍ਰੀਸ਼ੀਅਨ ਬਿਜਲੀ ਦਾ ਕੰਮ ਕਰਨ ਵਾਲਾ, ਲੇਬਰਰ ਮਜ਼ਦੂਰ, ਰੈਵਨਿਊ ਆਫਿਸਰ ਪਟਵਾਰੀ ਹੁੰਦਾ, ਪਲੰਬਰ ਹੋ ਗਿਆ ਜਿਹੜੇ ਟੂਟੀਆਂ ਠੀਕ ਕਰਦੇ ਨੇ, ਸ਼ਾਪਕੀਪਰ ਦੁਕਾਨਦਾਰ, ਵਾਸ਼ਰਮੈਨ ਧੋਬੀ, ਪਾਇਲਟ ਜਿਹੜਾ ਹਵਾਈ ਜਹਾਜ਼ ਚਲਾਉਂਦਾ ਹੈ, ਪੋਸਟਮੈਨ ਡਾਕੀਆ, ਸਵੀਪਰ ਸਫਾਈ ਕਰਨ ਵਾਲਾ, ਇੰਜੀਨੀਅਰ, ਹੈਡਮਾਸਟਰ ਸਕੂਲ ਦਾ ਜਿਹੜਾ ਇੰਚਾਰਜ ਹੁੰਦਾ ਹੈ, ਕੰਪਿਊਟਰ ਐਕਸਪਰਟ ਕੰਪਿਊਟਰ ਵਿੱਚ ਜੋ ਬੰਦਾ ਮਾਹਿਰ ਹੁੰਦਾ ਹੈ, ਡਰੈਸ ਡਿਜ਼ਾਈਨਰ ਜਿਹੜੇ ਕੱਪੜੇ ਡਿਜ਼ਾਈਨ ਕਰਦੇ ਨੇ, ਫਾਰਮਰ ਕਿਸਾਨ, ਮਿਲਟਰੀ ਦਾ ਕੰਮ ਜਿਹੜਾ ਕਰਦੇ ਨੇ ਫੌਜੀ, ਐਕਟਰ, ਕਨਫੈਕਸ਼ਨਰ ਜਾਂ ਜੋ ਬੇਕਰ ਹੁੰਦਾ ਹੈ ਆਪਾਂ ਕਹਿ ਸਕਦੇ ਹਾਂ ਹਲਵਾਈ, ਜਰਨਲਿਸਟ ਜਿਹੜਾ ਪੱਤਰਕਾਰ ਹੁੰਦਾ ਹੈ।
देखो मैं जे अपनी गल दसा तो मैनू सारे पेशे जरूरी लगते ने, सारे इंपॉर्टेंट हैगे ने ते सारे साडे लई बहुत जरूरी ने। इसे ਲਈ मैं इत्थे लिखिया ऑक्यूपेशन दैट आई लाइक, मैनू सारे पसंद ने। तुसी लिख सकते हो थानू केड़ा ना पसंद हैगा। मैं इत्थे लिखिया वी शुड रिस्पेक्ट एवरी प्रोफेशन इट्स इन इट्स ओन वे। वर्क इज इंपॉर्टेंट वेदर इट्स पेड और अनपेड। It is good for our health and it helps to build self-confidence. Every occupation deserves equal respect. The only thing we need to change our mindset to stop judging others by their occupation. ਕਹਿਣ ਦਾ ਭਾਵ ਇਹ ਹੈਗਾ ਕਿ ਸਾਨੂੰ ਹਰ ਪੇਸ਼ੇ ਦੀ ਬਰਾਬਰ ਇੱਜ਼ਤ ਕਰਨੀ ਚਾਹੀਦੀ ਹੈ। ਜਿਹੜਾ ਕੰਮ ਹੈਗਾ ਬੇਸ਼ੱਕ ਉਹਦੇ 'ਚ ਪੈਸੇ ਮਿਲਦੇ ਨਹੀਂ ਮਿਲਦੇ, ਜੇ ਮੰਮੀ ਘਰੇ ਕੰਮ ਕਰਦੀ ਹੈ ਪੈਸੇ ਥੋੜੀ ਮਿਲਦੇ ਆ ਉਹਨਾਂ ਨੂੰ, पर फिर भी वो साडी सेहत लई कितना जरूरी हैगा। ते जे तुसी काम करदे हो तुहाडे च कॉन्फिडेंस आंदा भी हाँ मैं काम कर सकदी हां। ते हर पेशे नूं बराबर दी इज्जत देण दी लोड़ हैगी है। सिर्फ एक चीज़ हैगी है जिहड़ी आपां नूं बदलनी चाहीदी है, वो हैगा अपना माइंडसैट भी आपां किवें सोचदे आ। दूजिਆਂ ਨੂੰ ਸਾਨੂੰ जज नहीं करना चाहिए भी वो ये काम करदा तां माड़ा हो गया या चंगा हो गया, एवें बिल्कुल नहीं करना चाहिए। अगे चलते हैं। नाउ थिंक एंड डिस्कस अबाउट ऑक्यूपेशंस दैट यू डिसलाइक। हुण सोचो किहड़ी ऑक्यूपेशन है, काम हैगे है जिहड़े तुहानूं पसंद नहीं हैगे ने, ओहदे बारे चर्चा करो। इट मे बी पॉसिबल दैट मैनी अदर पीपल मे आल्सो डिसलाइक दीज जॉब्स। हो सकता है भी कई होर लोग भी होण जिन्हां नूं इह नौकरियां पसंद ना होण। Think about the consequences if no one accepts to perform these jobs. चलो मान लो बंदे ऐदा कह देन भी हाँ जी ये नौकरी तो किसी नूं नहीं पसंद, आपां भी नहीं करनी ये नौकरी, फिर की नतीजा होएगा उहदा। Discuss with your classmates and write down the consequences. ਇਹਦੇ ਬਾਰੇ सोचो ते ਇਹਦੇ की नतीजे होणगे ਉਹਦਾ ਇੱਥੇ ਵੇਰਵਾ ਦਿਓ। देखो मैं इत्थे आंसर ए लिखिया है इस चीज़ का कि मान लो कोई कहे भी मैं चलो झाड़ू नहीं मारना, ये तो जी चंगी गल नहीं है। इफ नोबडी वुड डू दिस वर्क, झाड़ू मारन दा जिहड़ा काम हैगा या होर काम जिहड़े सानू नहीं पसंद, इट विल क्रिएट प्रॉब्लम्स फॉर अस। The garbage will get collected outside our school and houses. It will start giving bad smell due to the process of rotting. It could create epidemics also. The place full of garbage will look very ugly. देखो जे कोई काम ये कहे भी मैं तो सफाई का काम नहीं करना, तो फिर तो कचरा इकट्ठा हो जाएगा स्कूल के बाहर, घर के बाहर, स्कूल के अंदर, घर के अंदर। तो जिहड़ा कचरा इकट्ठा होया होया फिर वो खराब हो के स्मैल मारेगा, जिहदे करके बीमारियां फैलणगियां ते बहुत देखण नूं भी अजीब जिहा लगूगा, है कि नहीं। तो इन्हां चीज़ां दा सानूं ध्यान रखना चाहिए। अगे डिस्कस अबाउट डिग्निटी ऑफ लेबर विद योर पेरेंट्स एंड नोट डाउन देयर व्यूज। भी तुहाडे पेरेंट्स नूं की लगदा डिग्निटी ऑफ लेबर बारे, ते ओहदे बारे लिखो ते अपने व्यूज दो। तो ये मैं वेरवा दिता है अपने घर वालियां नाल बैठ के डिस्कस करके। इहदी एक एक गल मैं तुहानूं चंगे तरीके नाल समझा दिंदी हां। पहली गल जो मैं इत्थे लिखी है वो ये हैगी है कि डिग्निटी ऑफ लेबर का मतलब यह है भी सारी जॉब्स नूं आपां रिस्पैक्ट दईए, बेशक वो हथ नाल काम करन वाली होए जिन्हों आपां कहीदा फिजिकल जॉब्स होए, या दिमाग ला के काम करन वाली जॉब्स होण जिन्हों आपां कह सकते हैं मैंटल कैलिबर ला के काम करीदा है। किसी विच भी सानू भेदभाव नहीं करना चाहिए। पर ये जिहड़ी डिग्निटी है ना लेबर की, ये लोगों की जिंदगी दे विच होर तरीके नाल सोची जाती है। कई बार जिहड़े पढ़े लिखे लोग नहीं हैगे ने वो वख-वख तरीके दीयां जॉब्स करते हैं जो साडी समाज लई जरूरी हैगी, पर फिर भी वो काम समाज लई करते हैं, साडे लई करते हैं, पर वो बहुत स्ट्रगल करते हैं, मेहनत करते हैं, सैक्रीफाइस करते हैं, पर कोई उन्हां दा सम्मान नहीं करता, है कि नहीं। ते कुछ लोग जिहड़े डॉक्टर बन जाते हैं, वड्डे प्रोफैशन चले जाते हैं, सोसाइटी नूं लगदा है जी ये तां सम्मान दे योग हैगे ने, इन्हां नूं बहुत इज्जत, ते बाकी सारियां नूं सही तरीके नाल ट्रीट नहीं करते, ये तां गलत हैगी है ना। डिग्निटी होनी चाहिए है, इक्वैलिटी होनी चाहिए है, बराबरी दे नाल पेश करना आना चाहिए सब नूं। जे स्वीपर जिहड़ा हैगा सफाई करन वाला जे सोसाइटी नूं साफ नहीं करेगा तो सोसाइटी गंदी हो जूगी। साडी सेहत दा ध्यान रखदे ने
ਤੇ ਵੇਸਟ ਮੈਨੇਜਮੈਂਟ, ਸੈਨੀਟੇਸ਼ਨ, ਸਾਫ ਸਫਾਈ ਲੋਕਾਂ ਨੂੰ ਆਪ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਪਰ ਲੋਕ ਤਾਂ ਇਹਨੂੰ ਨੀਵਾਂ ਕੰਮ ਸਮਝਦੇ ਨੇ ਵੀ ਇਹ ਤਾਂ ਚੰਗਾ ਕੰਮ ਹੈਗਾ ਹੀ ਨਹੀਂ। ਤਾਂ ਸਾਡੀ ਡਿਊਟੀ ਇਹ ਹੈਗੀ ਹੈ ਵੀ ਬਈ ਲੋਕਾਂ ਨੂੰ ਜਾਗਰੂਕ ਕਰੋ ਕਿ ਸਾਰੇ ਕੰਮ ਬਰਾਬਰ ਦੇ ਨੇ, ਸਾਰੇ ਕੰਮਾਂ ਵਿੱਚ ਬਰਾਬਰ ਦੀ ਮਿਹਨਤ ਲੱਗਦੀ ਹੈ, ਸੈਕਰੀਫਾਈਸ ਲੱਗਦਾ ਹੈ। ਤਾਂ ਇਸ ਕਰਕੇ ਹਰ ਬੰਦੇ ਨੂੰ ਤੇ ਉਹਦੀ ਜੌਬ ਨੂੰ ਇੱਜ਼ਤ ਦੇਣੀ ਚਾਹੀਦੀ ਹੈ। ਜੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਨਾ ਤਾਂ ਸਾਰੇ ਜਿਹੜੇ ਲੋਕ ਹੈਗੇ ਨੇ ਉਹ ਇੱਕ ਖੁਸ਼ਹਾਲ ਜੀਵਨ ਬਤੀਤ ਕਰਨਗੇ ਤੇ ਸਾਰੀ ਜਿਹੜੀ ਜੌਬਸ ਹੈਗੀਆਂ ਨੇ ਉਹਨਾਂ ਵਿੱਚ ਭੇਦਭਾਵ ਨਹੀਂ ਕੀਤਾ ਜਾਏਗਾ। ਕੋਈ ਕਿਸੇ ਜੌਬ ਤੋਂ ਵੱਡੀ ਨਹੀਂ ਹੋਏਗੀ, ਕੋਈ ਕਿਸੇ ਜੌਬ ਤੋਂ ਘੱਟ ਨਹੀਂ ਹੋਏਗਾ। ਅੱਗੇ ਚੱਲਦੇ ਹਾਂ। ਥਿੰਕ ਐਂਡ ਰਾਈਟ 5 ਲਾਈਨਸ ਔਨ ਦ ਸਬਜੈਕਟ ਆਫ ਡਿਗਨਿਟੀ ਆਫ ਲੇਬਰ। ਇਹਦੇ ਤੇ 5 ਲਾਈਨਾਂ ਲਿਖਣੀਆਂ ਨੇ। Dignity of labor means respect and value given to all forms of work. It is rather a crime to believe that any menial but honest work is disgraceful. The greatest of man lies in his ability to accept any kind of work that is noble. Again, dignity of labor gives mental satisfaction and inner peace and contributes to our growth and independence. The last, respect for work should be cultivated right from childhood. ਹੁਣ ਇੱਥੇ ਮੈਂ ਕੀ ਪੁਆਇੰਟ ਬੋਲੇ ਨੇ ਜੋ ਤੁਹਾਨੂੰ ਇੱਥੇ ਸਮਝਾਏ ਸੀ ਉਹ ਸਾਰੇ ਪੁਆਇੰਟਸ ਬੋਲੇ ਨੇ। ਜਿਵੇਂ ਡਿਗਨਿਟੀ ਆਫ ਲੇਬਰ ਦਾ ਮਤਲਬ ਇਹ ਹੈ ਵੀ ਅਸੀਂ ਰਿਸਪੈਕਟ ਕਰੀਏ, ਇੱਜ਼ਤ ਦਈਏ ਹਰੇਕ ਕੰਮ ਨੂੰ, ਹਰੇਕ ਕਿਸਮ ਦੇ ਕੰਮ ਨੂੰ। ਇਹ ਇੱਕ ਕ੍ਰਾਈਮ ਹੈਗਾ ਜੇ ਆਪਾਂ ਇਹ ਮੰਨਦੇ ਆ ਵੀ ਯਾਰ ਇਹ ਛੋਟਾ ਕੰਮ ਹੈਗਾ ਪਰ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਹੈ, ਪਰ ਇਹ ਵਧੀਆ ਕੰਮ ਨਹੀਂ ਹੈ, ਇਹ ਗਲਤ ਹੈਗਾ। ਇੱਕ ਇਨਸਾਨ ਦੀ ਮਹਾਨਤਾ ਉਹਦੇ ਵਿੱਚ ਹੈਗੀ ਹੈ ਵੀ ਉਹ ਕੋਈ ਵੀ ਤਰੀਕੇ ਦਾ ਕੰਮ ਕਰੇ ਪਰ ਉਹਨੂੰ ਇਮਾਨਦਾਰੀ ਨਾਲ ਕਰੇ। ਜਿਹੜੀ ਡਿਗਨਿਟੀ ਹੈ ਲੇਬਰ ਦੀ ਉਹ ਤੁਹਾਨੂੰ ਦਿਮਾਗ ਦੇ ਵਿੱਚ ਮੈਂਟਲ ਸੈਟੀਸਫੈਕਸ਼ਨ ਦਿੰਦੀ ਹੈ ਵੀ ਤੁਸੀਂ ਚੰਗਾ ਕੰਮ ਕੀਤਾ ਹੈ, ਅੰਦਰੋਂ ਸੰਤੁਸ਼ਟੀ ਹੁੰਦੀ ਹੈ ਤੇ ਸਾਡੀ ਗਰੋਥ ਤੇ ਇੰਡੀਪੈਂਡੈਂਸ ਲਈ ਜ਼ਰੂਰੀ ਹੈ। ਤਾਂ ਇਸੇ ਕਰਕੇ ਜਿਹੜੀ ਸੋਚ ਹੈਗੀ ਹੈ ਬਚਪਨ ਤੋਂ ਹੀ ਦਿਮਾਗ ਵਿੱਚ ਪਾ ਦੇਣੀ ਚਾਹੀਦੀ ਹੈ ਬੱਚਿਆਂ ਦੇ ਵੀ ਇਹ ਇੱਜ਼ਤ ਕਰਨਾ ਜ਼ਰੂਰੀ ਹੈਗਾ। ਅੱਗੇ, have you ever refused to do something that you think is inferior grade work? ਕਿ ਤੁਸੀਂ ਕਦੇ ਕਿਸੇ ਕੰਮ ਕਰਨ ਤੋਂ ਮਨਾ ਕੀਤਾ ਵੀ ਇਹ ਤਾਂ ਛੋਟਾ ਕੰਮ ਹੈ? No, never, ਕਦੇ ਨਹੀਂ ਕੀਤਾ। There should be equality among people. ਲੋਕਾਂ ਵਿੱਚ ਬਰਾਬਰਤਾ ਹੋਣੀ ਚਾਹੀਦੀ ਹੈ, ਆਪਾਂ ਸਭ ਨੂੰ ਬਰਾਬਰ ਤਰੀਕੇ ਨਾਲ ਸਾਨੂੰ ਦੇਖਣਾ ਚਾਹੀਦਾ ਹੈ। No one should be made to feel superior and inferior. ਕੋਈ ਛੋਟਾ ਜਾਂ ਵੱਡਾ ਨਹੀਂ ਹੋਣਾ ਚਾਹੀਦਾ, ਇਹ ਮਹਿਸੂਸ ਨਹੀਂ ਕਰਾਉਣਾ ਚਾਹੀਦਾ ਸਾਨੂੰ ਕਿਸੇ ਨੂੰ। No one should insult anyone. ਤੇ ਕਿਸੇ ਨੂੰ ਵੀ ਇਨਸਲਟ ਕਰਨ ਦਾ ਸਾਡਾ ਹੱਕ ਨਹੀਂ ਬਣਦਾ। ਅੱਗੇ, what points will you keep in mind to show the respect for work? ਕੰਮ ਦੇ ਲਈ ਇੱਜ਼ਤ ਦਿਖਾਉਣ ਲਈ ਕਿਹੜੇ ਪੁਆਇੰਟਸ ਤੁਸੀਂ ਦਿਮਾਗ ਵਿੱਚ ਰੱਖੋਗੇ? ਦੇਖੋ, ਮੈਂ ਇਹ ਕਹਾਂਗੀ ਕਿ ਇੱਜ਼ਤ ਦੇਣ ਦੇ ਲਈ ਸਭ ਤੋਂ ਪਹਿਲਾਂ encourage people to give and receive feedback that is productive. ਵੀ ਤੁਸੀਂ ਫੀਡਬੈਕ ਦਿਓ ਵੀ ਐਵੇਂ ਨਹੀਂ ਐਵੇਂ ਕਰ ਲਓ। give your attention. ਦੇਖੋ ਕਿਵੇਂ ਕੋਈ ਪ੍ਰੋਡਕਟਿਵ ਹੋ ਸਕਦਾ ਹੈ, ਠੀਕ ਹੈ, ਕਿਵੇਂ ਤੁਸੀਂ ਰਿਸਪੈਕਟ ਦੇ ਸਕਦੇ ਹੋ, ਉਹਨਾਂ ਨੂੰ ਧਿਆਨ ਦਿਓ। practice active listening when someone has something to say. ਕੋਈ ਕੁਝ ਕਹਿ ਰਿਹਾ ਤੁਸੀਂ ਧਿਆਨ ਨਾਲ ਸੁਣੋ। recognize employee achievements more often. ਕੋਈ ਵਧੀਆ ਕੰਮ ਕਰ ਰਿਹਾ ਉਹਨੂੰ recognize ਕਰੋ, ਹਾਂਜੀ ਤੁਸੀਂ ਵਧੀਆ ਕੰਮ ਕੀਤਾ ਹੈ, ਉਹਨਾਂ ਨੂੰ credit ਦਿਓ। empathize with your team members and understand that life happens. ਜੇ ਟੀਮ ਮੈਂਬਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਤਾਂ ਸਮਝੋ ਵੀ ਜ਼ਿੰਦਗੀ ਵਿੱਚ ਪ੍ਰੋਬਲਮਸ ਆਂਦੀ ਹੈ ਤੇ ਕਦੇ ਵੀ ਕਿਸੇ ਨੂੰ ਨਾਮ ਤੋਂ ਨਾ ਬੁਲਾਓ, ਠੀਕ ਹੈ, ਤੇ ਕਦੇ ਵੀ ਕਿਸੇ ਦੀ ਆਈਡੈਂਟੀਟੀ ਦਾ ਮਜ਼ਾਕ ਨਾ ਉਡਾਓ, ਠੀਕ ਹੈ। ਇੱਜ਼ਤ ਤਾਂ ਹੀ ਦਿੱਤੀ ਜਾਂਦੀ ਹੈ। ਅੱਗੇ, why is it important to respect the work to be successful in life? ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ, ਕਾਮਯਾਬ ਹੋਣ ਦੇ ਲਈ ਕਿਉਂ ਜ਼ਰੂਰੀ ਹੈ ਕਿ ਤੁਸੀਂ ਕੰਮ ਦੀ ਇੱਜ਼ਤ ਕਰੋ? Respect is an important life skill needed to coexist with others in our current society. ਦੇਖੋ, ਆਦਰ ਜੇ ਆਪਾਂ ਕਰਦੇ ਹਾਂ ਤਾਂ ਉਹ ਇੱਕ ਮਹੱਤਵਪੂਰਨ ਜੀਵਨ ਦਾ ਗੁਣ ਹੈਗਾ। ਜੇ ਅੱਗਾ ਵਧਣਾ ਆਪਾਂ ਤਾਂ ਇਹ ਬਹੁਤ ਜ਼ਰੂਰੀ ਹੈਗਾ। Being valued and treated respectfully helps to promote a positive work culture in which employees are fulfilled, loyal, engaged and motivated to perform at their best level. ਕਹਿਣ ਦਾ ਮਤਲਬ ਜੇ ਤੁਸੀਂ ਕਿਸੇ ਦਾ ਆਦਰ ਕਰਦੇ ਹੋ, ਰਿਸਪੈਕਟ ਦਿੰਦੇ ਹੋ ਕਿਸੇ ਬੰਦੇ ਨੂੰ, ਉਹਨਾਂ ਵੱਲ ਧਿਆਨ ਦਿੰਦੇ ਹੋ, ਤਾਂ ਜਿਹੜਾ ਇੰਪਲੋਈ ਹੈਗਾ ਉਹ ਵੀ ਖੁਸ਼ ਹੁੰਦਾ ਹੈ ਵੀ ਠੀਕ ਹੈ ਮੈਨੂੰ ਵਧੀਆ ਕੰਮ ਕਰਨ ਦੇ
ਲਈ ਮੈਨੂੰ ਵੀ ਵਧੀਆ ਲੱਗ ਰਿਹਾ ਹੈ, ਮੈਂ ਹੋਰ ਵਧੀਆ ਕੰਮ ਕਰਾਂਗਾ, ਉਹ ਮੋਟੀਵੇਟ ਹੁੰਦਾ ਆਪਣੇ ਲੈਵਲ ਤੇ। Employees who do not offer respect to others are unprofessional and pose a threat to the health and success of the company. ਜਿਹੜੇ ਲੋਕ ਆਪਾਂ ਕਹਿ ਸਕਦੇ ਹਾਂ ਦੂਜਿਆਂ ਦੀ ਇੱਜ਼ਤ ਨਹੀਂ ਕਰਦੇ, ਉਹ ਕੰਪਨੀ ਨੂੰ ਵੀ ਡੁਬਾਉਣਗੇ ਤੇ ਨਾਲ ਦੀ ਨਾਲ ਦੇਸ਼ ਨੂੰ ਵੀ। ਇਸੇ ਲਈ ਜ਼ਰੂਰੀ ਹੈ ਵੀ ਕੰਮ ਦੀ ਰਿਸਪੈਕਟ ਕੀਤੀ ਜਾਏ ਤਾਂ ਕਿ ਅਸੀਂ ਅਨਪ੍ਰੋਫੈਸ਼ਨਲ ਨਾ ਬਿਹੇਵ ਕਰੀਏ ਤੇ ਕੰਪਨੀ ਜਾਂ ਤੁਸੀਂ ਕਹਿ ਸਕਦੇ ਹੋ ਨੇਸ਼ਨ ਦੀ ਸਕਸੈਸ ਦੇ ਵਿੱਚ ਕੋਈ ਰੁਕਾਵਟ ਨਾ ਆਏ। ਅੱਗੇ ਮੇਕ ਅ ਕਾਰਡ ਔਨ ਦ ਟੌਪਿਕ ਡਿਗਨਿਟੀ ਆਫ ਲੇਬਰ। ਡਿਗਨਿਟੀ ਆਫ ਲੇਬਰ ਦੇ ਉੱਤੇ ਤੁਸੀਂ ਕਾਰਡ ਬਣਾਉਣਾ ਹੈ ਹੁਣ, ਤੇ ਇੱਥੇ ਤੁਸੀਂ ਉਹ ਬਣਾ ਸਕਦੇ ਹੋ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਇਹ ਚੈਪਟਰ ਸਮਝ ਆ ਗਿਆ ਹੈ, ਕਨਸੈਪਟ ਸਮਝ ਆ ਗਿਆ ਹੈ, ਡਿਗਨਿਟੀ ਆਫ ਲੇਬਰ ਕੀ ਹੁੰਦਾ ਹੈ ਪਤਾ ਲੱਗ ਗਿਆ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।